ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਤੁਹਾਨੂੰ ਦੱਸਾਂਗੇ ਹੁਣ ਅਸੀਂ ਕੈਨੇਡਾ ਭਰ ਤੋਂ ਕਈ ਅਹਿਮ ਖਬਰਾਂ, ਜਿਸ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਤੋਂ। ਕੈਨੇਡਾ ਦੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੇ ਲਈ ਦਿੱਤੀ ਜਾਣਕਾਰੀ। ਸਰਕਾਰ ਵੱਲੋਂ ਮਿਲਣ ਵਾਲੀ ਮਦਦ ਸੰਬੰਧੀ ਪ੍ਰੋਗਰਾਮ ਹੋਵੇਗਾ ਅਪਗ੍ਰੇਡ, ਮਦਦ ਵਿੱਚ ਹੋਵੇਗਾ ਵਾਧਾ। ਦੱਸਾਂਗੇ ਕਿਹੜਾ ਇਹ ਪ੍ਰੋਗਰਾਮ। ਕੈਨੇਡਾ ਸਰਕਾਰ ਤੋਂ ਕੀਤੀ ਗਈ ਮੰਗ, ਤਨਖਾਹਾਂ ਤੇ ਕਿਰਾਏ ਵਿੱਚ ਮਦਦ ਦੇ ਲਈ ਸਮਾਂ ਹੋਰ ਜ਼ਿਆਦਾ ਵਧਾਇਆ ਜਾਵੇ। ਦੱਸਾਂਗੇ ਕਿਉਂ ਤੇ ਕਿਵੇਂ ਉੱਠੀ ਇਹ ਮੰਗ। ਨਾਲ ਹੀ ਦੱਸਾਂਗੇ ਅੱਜ ਲਿਬਰਲ ਪਾਰਟੀ ਨੇ ਪਾਰਲੀਮੈਂਟ ਵਿੱਚ ਕੀ ਮਤਾ ਕੀਤਾ ਪੇਸ਼ ਤੇ ਤੁਰੰਤ ਕੈਨੇਡਾ ਵਾਸੀਆਂ ਦੇ ਲਈ ਮਦਦ ਜਾਰੀ ਕਰਨ ਦਾ ਦਾਅਵਾ। ਇਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਦੇ ਲਈ ਉਪਰਾਲੇ। ਦੱਸਾਂਗੇ ਕਿਹੋ ਜਿਹੀ ਮਦਦ ਦੇ ਲਈ ਹੋ ਰਹੀ ਹੈ ਤਿਆਰੀ। ਸਸਕੈਚਵਨ ਤੋਂ ਇਮੀਗ੍ਰੇਸ਼ਨ ਵਿਭਾਗ ਨੇ PR ਸੰਬੰਧੀ ਕੱਢਿਆ ਤਾਜ਼ਾ ਡਰਾਅ। ਦੇਵਾਂਗੇ ਇਸ ਦੇ ਬਾਰੇ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਵਿੱਚ ਕੀਤਾ ਗਿਆ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲਈ ਫਾਈਨ ਵਿੱਚ ਵਾਧੇ ਦਾ ਐਲਾਨ। ਇਕੱਠ ਵਿੱਚ ਜਾਣ ਵਾਲਿਆਂ ਲਈ ਦੁੱਗਣਾ ਕੀਤਾ ਫਾਈਨ। ਦੱਸਾਂਗੇ ਕੈਨੇਡਾ ਦੇ ਕਿਹੜੇ ਖੇਤਰ ਵਿੱਚ ਹੋ ਗਿਆ ਬੱਸਾਂ ਦੇ ਕਿਰਾਏ ਵਧਣ ਦਾ ਐਲਾਨ। ਕਿੰਨੇ ਤੇ ਕਦੋਂ ਵਧਣਗੇ ਕਿਰਾਏ, ਦੇਖੋ ਖਬਰਾਂ ਵਿੱਚ। ਇਸ ਤਰ੍ਹਾਂ ਨਾਲ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੀ ਖੇਤੀਬਾੜੀ ਮੰਤਰੀ ਨੇ ਜੋ ਤਾਜ਼ਾ ਐਲਾਨ ਕੀਤਾ ਹੈ, ਦਰਅਸਲ ਕਿਸਾਨਾਂ ਦੇ ਵਾਸਤੇ, ਜਿਵੇਂ ਕਿ ਖਾਸ ਤੌਰ ਦੇ ਉੱਤੇ ਸਾਲ 2020 ਦੇ ਵਿੱਚ ਪੈਦਾਵਾਰ ਕਾਫੀ ਘੱਟ ਹੋਈ, ਕਿਉਂਕਿ ਪ੍ਰਵਾਸੀ ਕਾਮਿਆਂ ਦੇ ਨਾ ਆਉਣ ਕਰਕੇ ਵੀ ਕਾਫੀ ਜ਼ਿਆਦਾ ਪੈਦਾਵਾਰ ਦੇ ਉੱਤੇ ਪ੍ਰਭਾਵ ਪਿਆ, ਜਿਸ ਦੇ ਬਾਰੇ ਪਹਿਲਾਂ ਹੀ ਪਿਛਲੇ ਸਾਲ ਹੀ ਚੇਤਾਵਨੀ ਵੀ ਦੇ ਦਿੱਤੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਦਾ ਅਸਰ ਦਿਖਾਈ ਦੇ ਸਕਦਾ ਹੈ। ਤੇ ਇਸੇ ਨੂੰ ਲੈ ਕੇ ਜਿਹੜੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਘੱਟ ਕਮਾਈ ਹੋਈ ਹੈ, ਉਹਨਾਂ ਨੂੰ ਜ਼ਿਆਦਾ ਮਦਦ ਦੀ ਲੋੜ ਹੈ। ਪਰ ਜਿਹੜੀ ਇਹ ਮਦਦ ਹੈ ਐਗਰੀ ਸਟੇਬਿਲਿਟੀ ਪ੍ਰੋਗਰਾਮ ਦੇ ਤਹਿਤ ਇੱਕ ਸੀਮਿਤ ਸੀਮਾ ਤੱਕ ਕੀਤੀ ਜਾਂਦੀ ਹੈ। ਉਸ ਸੀਮਾ ਨੂੰ ਹਟਾਉਣ ਦੇ ਬਾਰੇ ਹੁਣ ਫੈਸਲਾ ਲਿਆ ਜਾਵੇਗਾ। ਇਸ ਦੇ ਬਾਰੇ ਖੇਤੀਬਾੜੀ ਮੰਤਰੀ ਨੇ ਐਲਾਨ ਕੀਤਾ ਹੈ ਕਿਸਾਨਾਂ ਦੇ ਵਾਸਤੇ, ਜਿਸ ਨੂੰ ਉਹਨਾਂ ਦੇ ਵੱਲੋਂ ਵੱਡੀ ਜਿੱਤ ਦੱਸਿਆ ਗਿਆ ਹੈ। ਕੈਨੇਡਾ ਸਰਕਾਰ ਨੇ ਸੂਬਿਆਂ ਤੇ ਟੈਰੀਟਰੀਜ਼ ਦੇ ਨਾਲ ਨਵਾਂ ਸਮਝੌਤਾ ਕੀਤਾ ਹੈ ਕਿ ਕਮਾਈ ਵਿੱਚ ਵੱਡੇ ਪੱਧਰ ਦੇ ਉੱਤੇ ਕਮੀ ਤੋਂ ਕਿਸਾਨਾਂ ਨੂੰ ਬਚਾਉਣ ਦੇ ਲਈ ਐਗਰੀ ਸਟੇਬਿਲਿਟੀ ਪ੍ਰੋਗਰਾਮ ਅਪਗ੍ਰੇਡ ਕੀਤਾ ਜਾਵੇਗਾ। ਕੈਨੇਡਾ ਦੀ ਖੇਤੀਬਾੜੀ ਮੰਤਰੀ ਮੈਰੀ ਕਲੋਰ ਨੇ ਅੱਜ ਸੂਬਿਆਂ ਤੇ ਟੈਰੀਟਰੀਜ਼ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਬੈਠਕ ਕੀਤੀ, ਜਿਸ ਦੇ ਵਿੱਚ ਇਸ ਪ੍ਰੋਗਰਾਮ 'ਚ ਬਦਲਾਅ ਕੀਤੇ ਜਾਣ ਦੇ ਬਾਰੇ ਚਰਚਾ ਕੀਤੀ ਗਈ, ਜਿਸ ਦੇ ਨਾਲ ਜੇਕਰ ਫਸਲ ਦੀ ਪੈਦਾਵਾਰ ਘੱਟ ਹੁੰਦੀ ਹੈ ਤਾਂ ਕਿਸਾਨਾਂ ਦੀ ਕਮਾਈ ਘੱਟ ਹੋਣ ਕਰਕੇ ਉਹਨਾਂ ਨੂੰ ਜ਼ਿਆਦਾ ਮਦਦ ਮਿਲੇ। ਇਸ ਦੇ ਵਾਸਤੇ ਗੱਲਬਾਤ ਕੀਤੀ ਗਈ, ਜਿਸ ਦੇ ਲਈ ਐਗਰੀ ਸਟੇਬਿਲਿਟੀ ਪ੍ਰੋਗਰਾਮ ਤਹਿਤ ਜੋ ਮਦਦ ਦਿੱਤੇ ਜਾਣ ਦੇ ਉੱਤੇ ਇੱਕ ਸੀਮਾ ਲੱਗੀ ਹੋਈ ਹੈ, ਉਸ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ। ਜਿਸ ਦੇ ਬਾਰੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਗੱਲ ਦੇ ਲਈ ਸੂਬੇ ਤੇ ਟੈਰੀਟਰੀਜ਼ ਤੋਂ ਖੇਤੀਬਾੜੀ ਮੰਤਰੀ ਸਹਿਮਤ ਹੋਏ ਨੇ, ਜਿਸ ਨੂੰ ਕਿਸਾਨਾਂ ਦੇ ਲਈ ਖੇਤੀਬਾੜੀ ਮੰਤਰੀ ਨੇ ਇੱਕ ਵੱਡੀ ਜਿੱਤ ਦੱਸਿਆ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਉੱਤੇ ਅੱਗੇ ਫੈਸਲਾ ਕੀ ਲਿਆ ਜਾਂਦਾ ਹੈ ਕਿ ਕਿਸਾਨਾਂ ਨੂੰ ਆਖਿਰ ਕਿੱਥੋਂ ਤੱਕ ਇਹ ਮਦਦ ਮਿਲਦੀ ਹੈ, ਕਿ ਇਹ ਸੀਮਾ ਹੈ ਜੋ ਅੱਗੇ ਹੋਰ ਵਧਾਈ ਜਾਂਦੀ ਹੈ ਜਾਂ ਫਿਰ ਇਸ ਸੀਮਾ ਨੂੰ ਹਟਾ ਹੀ ਦਿੱਤਾ ਜਾਂਦਾ ਹੈ, ਤੇ ਕੀ ਅਪਗ੍ਰੇਡ ਐਗਰੀ ਸਟੇਬਿਲਿਟੀ ਪ੍ਰੋਗਰਾਮ ਦੇ ਵਿੱਚ ਹੋਵੇਗੀ। ਉਸ ਦੇ ਬਾਰੇ ਜਿਵੇਂ ਹੀ ਜਾਣਕਾਰੀ ਸਾਹਮਣੇ ਆਉਂਦੀ ਹੈ ਤੁਹਾਨੂੰ ਅਸੀਂ ਦੱਸਾਂਗੇ। ਤੇ ਹੁਣ ਰੁੱਖ ਅਗਲੀ ਖਬਰ ਦੇ ਵੱਲ ਕਰਦੇ ਹਾਂ। ਕੈਨੇਡਾ ਭਰ ਵਿੱਚ ਜੋ ਵਪਾਰੀਆਂ ਨੂੰ ਮਦਦ ਦਿੱਤੀ ਜਾ ਰਹੀ ਹੈ ਕੈਨੇਡਾ ਸਰਕਾਰ ਦੇ ਵੱਲੋਂ, ਖਾਸ ਤੌਰ ਦੇ ਉੱਤੇ ਵਪਾਰਾਂ ਦੇ ਕਿਰਾਏ ਤੇ ਨਾਲ ਹੀ ਕਾਮਿਆਂ ਦੀ ਤਨਖਾਹ ਵਿੱਚ ਉਸ ਦੀ ਸਮਾਂ ਮਿਆਦ ਨੂੰ ਹੋਰ ਜ਼ਿਆਦਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇੱਕ ਸਰਵੇਖਣ ਕੀਤਾ ਗਿਆ, ਜਿਸ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਹੁਣ ਕੈਨੇਡਾ ਸਰਕਾਰ ਤੋਂ ਅੱਗੇ ਮੰਗ ਰੱਖੀ ਗਈ ਹੈ। ਕੈਨੇਡਾ ਵਿੱਚ ਇੱਕ ਸੰਗਠਨ ਨੇ ਵੱਖੋ ਵੱਖਰੇ ਖਿੱਤਿਆਂ ਤੋਂ 1700 ਵਪਾਰਾਂ ਦੇ ਉੱਤੇ ਸਰਵੇਖਣ ਕੀਤਾ ਹੈ, ਜਿਸ ਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ 60% ਵਪਾਰ ਅਜਿਹੇ ਨੇ ਜੋ ਕੈਨੇਡਾ ਵੱਲੋਂ ਵੇਜ ਸਬਸਿਡੀ ਪ੍ਰੋਗਰਾਮ ਤੇ ਰੈਂਟ ਸਬਸਿਡੀ ਪ੍ਰੋਗਰਾਮ ਬੰਦ ਕੀਤੇ ਜਾਣ ਤੋਂ ਬਾਅਦ ਚੱਲ ਨਹੀਂ ਪਾਉਣਗੇ। ਇਸ ਸਰਵੇਖਣ ਵਿੱਚ ਟੂਰਿਜ਼ਮ, ਟਰੈਵਲ, ਆਰਟਸ, ਇਵੈਂਟਸ, ਹੌਸਪਿਟੈਲਿਟੀ ਸਮੇਤ ਹੋਰ ਖਿੱਤਿਆਂ ਦੇ ਨਾਲ ਜੁੜੇ 1700 ਵਪਾਰਾਂ ਨੇ ਹਿੱਸਾ ਲਿਆ। ਇੱਕ ਸੰਗਠਨ ਜਿਸ ਦਾ ਨਾਮ ਕੋਲੀਸ਼ਨ ਆਫ ਹਾਰਡੈਸਟ ਹਿੱਟ ਬਿਜ਼ਨੈਸਿਸ ਹੈ, ਉਸ ਦੇ ਵੱਲੋਂ ਹੁਣ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਬਸਿਡੀ ਪ੍ਰੋਗਰਾਮਸ ਨੂੰ ਹੋਰ ਅੱਗੇ ਵਧਾਉਣ ਦਾ ਐਲਾਨ ਕੀਤਾ ਜਾਵੇ, ਜਿਨ੍ਹਾਂ ਦੇ ਲਈ ਕੈਨੇਡਾ ਸਰਕਾਰ ਦੇ ਐਲਾਨ ਮੁਤਾਬਕ ਜੂਨ ਤੱਕ ਦਾ ਸਮਾਂ ਹੈ। ਫਿਲਹਾਲ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਆਫ ਕੈਨੇਡਾ ਦੇ ਪ੍ਰਧਾਨ ਤੇ CEO ਨੇ ਕਿਹਾ ਕਿ ਮਹਾਮਾਰੀ ਕਰਕੇ ਵਪਾਰਾਂ ਤੇ ਜੋ ਅਸਰ ਪਿਆ, ਇਸ ਦੌਰਾਨ ਜਦੋਂ ਵਪਾਰਾਂ ਨੂੰ ਬੰਦ ਵੀ ਕਰਨਾ ਪਿਆ ਤੇ ਫਿਰ ਸਰਕਾਰ ਦੇ ਵੱਲੋਂ ਜੇਕਰ ਮਦਦ ਬੰਦ ਕਰ ਦਿੱਤੀ ਜਾਵੇਗੀ ਤਾਂ ਲੰਮੇ ਸਮੇਂ ਤੱਕ ਵਪਾਰ ਲਈ ਤੇ ਨਹੀਂ ਆ ਸਕਣਗੇ। ਇੱਥੇ ਜ਼ਿਕਰਯੋਗ ਹੈ ਕਿ ਹਫ਼ਤਾ ਪਹਿਲਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹਨਾਂ ਪ੍ਰੋਗਰਾਮਸ ਦੇ ਸਮੇਂ ਨੂੰ ਵਧਾਉਣ ਦਾ ਐਲਾਨ ਕੀਤਾ ਸੀ, ਪਰ ਇਸ ਤੋਂ ਬਾਅਦ ਹੋਰ ਜ਼ਿਆਦਾ ਇਸ ਸਮੇਂ ਨੂੰ ਵਧਾਉਣ ਦੇ ਵਾਸਤੇ ਹੁਣ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਤੇ ਅੱਜ ਪਾਰਲੀਮੈਂਟ ਦੇ ਵਿੱਚ ਲਿਬਰਲ ਪਾਰਟੀ ਦੇ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ $7 ਬਿਲੀਅਨ ਤੋਂ ਵੱਧ ਦੇ ਫੰਡ ਬਾਰੇ ਇਹ ਬਿੱਲ ਸੀ। ਤੇ ਕ੍ਰਿਸਟੀਆ ਫਰੀਲੈਂਡ ਜੋ ਕਿ ਵਿੱਤ ਮੰਤਰੀ ਨੇ ਕੈਨੇਡਾ ਦੇ, ਉਹਨਾਂ ਨੇ ਇਸ ਦੇ ਬਾਰੇ ਕੀ ਜਾਣਕਾਰੀ ਦਿੱਤੀ ਹੈ ਤੇ ਕੀ ਇਹ ਐਲਾਨ ਹੋਇਆ, ਤੁਹਾਨੂੰ ਦੱਸਦੇ ਹਾਂ। ਲਿਬਰਲ ਪਾਰਟੀ ਨੇ ਇੱਕ ਮਤਾ ਪੇਸ਼ ਕੀਤਾ ਹੈ, ਜਿਸ ਦੇ ਰਾਹੀਂ $7.2 ਬਿਲੀਅਨ ਸੂਬਿਆਂ, ਟੈਰੀਟਰੀਜ਼ ਤੇ ਮਿਊਨਿਸਪੈਲਿਟੀਜ਼ ਨੂੰ ਦਿੱਤੇ ਜਾਣਗੇ।
ਜਿਸ ਦਾ ਅੱਧ ਤੋਂ ਜ਼ਿਆਦਾ ਹਿੱਸਾ ਸਿਹਤ ਸੰਬੰਧੀ ਸੇਵਾਵਾਂ ਦੇ ਲਈ ਹੋਵੇਗਾ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਕੋਵਿਡ-19 ਕਰਕੇ ਸਿਹਤ ਸੰਬੰਧੀ ਸਿਸਟਮ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪਿਆ ਹੈ। ਦੇਸ਼ ਭਰ 'ਚ ਤੇ ਕੈਨੇਡਾ ਵਾਸੀਆਂ ਨੂੰ ਇਸ ਕਰਕੇ ਮਦਦ ਦੀ ਤੁਰੰਤ ਲੋੜ ਹੈ। ਜਿਨ੍ਹਾਂ ਕਿਹਾ ਕਿ $4 ਬਿਲੀਅਨ ਇਹ ਸਥਾਈ ਬਣਾਉਣ ਦੇ ਲਈ ਹੋਣਗੇ ਕਿ ਸਿਹਤ ਸੰਬੰਧੀ ਸੇਵਾਵਾਂ ਤੇ ਜੋ ਅਸਰ ਮਹਾਮਾਰੀ ਦੇ ਦੌਰਾਨ ਪਿਆ ਹੈ ਉਸ ਦੇ ਕਰਕੇ ਸੇਵਾਵਾਂ ਵਿੱਚ ਕੋਈ ਰੋਕ ਨਾ ਲੱਗੇ। ਇਸ ਦੇ ਵਿੱਚ $1 ਬਿਲੀਅਨ ਕੋਵਿਡ-19 ਟੀਕਿਆਂ ਦੇ ਨਾਲ ਸੰਬੰਧਿਤ ਕੰਮ ਦੇ ਵਾਸਤੇ ਹੋਣਗੇ। ਜੋ ਇਹ ਮਤਾ ਪੇਸ਼ ਕੀਤਾ ਗਿਆ ਉਸ ਮੁਤਾਬਕ $2.2 ਬਿਲੀਅਨ ਮਿਊਨਿਸਪੈਲਿਟੀਜ਼ ਯਾਨੀ ਕਿ ਸ਼ਹਿਰਾਂ ਨੂੰ ਸਿੱਧੇ ਦਿੱਤੇ ਜਾਣਗੇ ਤੇ ਮੂਲ ਨਿਵਾਸੀਆਂ ਦੇ ਭਾਈਚਾਰਿਆਂ ਨੂੰ ਵੀ ਜੋ ਕਿ ਫੈਡਰਲ ਗੈਸ ਟੈਕਸ ਫੰਡ ਦੇ ਰਾਹੀਂ ਦਿੱਤੇ ਜਾਣਗੇ ਤੇ ਇਸ ਦੇ ਬਾਰੇ ਜਾਣਕਾਰੀ ਅਗਲੇ ਮਹੀਨੇ ਪੇਸ਼ ਕੀਤੇ ਜਾਣ ਵਾਲੇ ਬਜਟ ਦੇ ਵਿੱਚ ਸ਼ਾਮਲ ਵੀ ਕੀਤੀ ਜਾਵੇਗੀ। ਅਜਿਹਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ। ਜਦੋਂ ਹੀ ਕੈਨੇਡਾ ਦੇ ਵਿੱਚ ਪ੍ਰਵਾਸੀ ਨਵੇਂ ਆਉਂਦੇ ਨੇ ਤਾਂ ਜਾਂ ਤਾਂ ਪਹਿਲਾਂ ਤੋਂ ਜਿਹੜੇ ਆਪਣੇ ਦੋਸਤਾਂ ਮਿੱਤਰਾਂ ਨੂੰ ਉਹ ਜਾਣਦੇ ਹੁੰਦੇ ਨੇ ਜਾਂ ਰਿਸ਼ਤੇਦਾਰਾਂ ਨੂੰ ਜਾਣਦੇ ਹੁੰਦੇ ਨੇ, ਉਸ ਥਾਂ ਦੇ ਉੱਤੇ ਆਉਣਾ ਉਹ ਜ਼ਿਆਦਾ ਵਧੀਆ ਸਮਝਦੇ ਨੇ ਕਿ ਉਹਨਾਂ ਨੂੰ ਮਦਦ ਵੀ ਮਿਲ ਸਕਦੀ ਹੈ ਉੱਥੇ ਰਹਿਣ ਦੇ ਵਿੱਚ। ਤੇ ਨਾਲ ਹੀ ਜਿਹੜੇ PR ਹੋ ਕੇ ਨਵੇਂ ਪ੍ਰਵਾਸੀ ਆਉਂਦੇ ਨੇ, ਜੇਕਰ ਉਹ ਕਿਸੇ ਨੂੰ ਜਾਣਦੇ ਵੀ ਨਾ ਹੋਣ ਤਾਂ ਉਹ ਖਾਸ ਤੌਰ ਦੇ ਉੱਤੇ ਉਹਨਾਂ ਸ਼ਹਿਰਾਂ ਦੇ ਵਿੱਚ ਆਉਣ ਦੇ ਬਾਰੇ ਸੋਚਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਪਹਿਲਾਂ ਤੋਂ ਉਹਨਾਂ ਦਾ ਭਾਈਚਾਰਾ ਜ਼ਿਆਦਾ ਮੌਜੂਦ ਹੈ ਤਾਂ ਉਹਨਾਂ ਨੂੰ ਉੱਥੇ ਹੋਰ ਜ਼ਿਆਦਾ ਸਹੂਲਤਾਂ ਨੇ ਤੇ ਮਦਦ ਹੈ ਉਹ ਲੈਣ ਦੇ ਵਿੱਚ ਸੁਖਾਲਾ ਹੋ ਸਕਦਾ ਹੈ। ਪਰ ਕੈਨੇਡਾ ਸਰਕਾਰ ਦਾ ਟੀਚਾ ਹੈ ਕਿ ਜਿਹੜੇ ਪੱਕੇ ਹੋ ਕੇ ਕੈਨੇਡਾ ਦੇ ਵਿੱਚ ਪ੍ਰਵਾਸੀ ਆਉਂਦੇ ਨੇ ਤਾਂ ਉਹ ਨਾ ਸਿਰਫ ਜੋ ਕੈਨੇਡਾ ਦੇ ਵੱਡੇ ਸ਼ਹਿਰ ਨੇ ਉਹਨਾਂ ਵਿੱਚ ਸਗੋਂ ਉਹਨਾਂ ਥਾਵਾਂ ਦੇ ਉੱਤੇ ਵੀ ਰਹਿਣ ਜਿਹੜੀਆਂ ਥਾਵਾਂ ਦੇ ਉੱਤੇ ਆਬਾਦੀ ਬਹੁਤ ਘੱਟ ਹੈ, ਕਾਮਿਆਂ ਦੀ ਲੋੜ ਹੈ ਤੇ ਉਹਨਾਂ ਨੂੰ ਵੀ ਉੱਥੇ ਰਹਿ ਕੇ ਜੋ ਕਿ ਰੋਜ਼ਗਾਰ ਤੇ ਨਾਲ ਹੀ ਸਹੂਲਤਾਂ ਦੇ ਵਿੱਚ ਜ਼ਿਆਦਾ ਮਦਦ ਮਿਲ ਸਕਦੀ ਹੈ। ਇਸੇ ਦੇ ਲਈ ਹੁਣ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਦਰਅਸਲ ਇੱਕ ਟੂਲ ਤਿਆਰ ਕੀਤੇ ਜਾਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਜੋ ਜਾਰੀ ਕੀਤਾ ਜਾਵੇਗਾ ਤੁਹਾਨੂੰ ਉਸ ਦੇ ਬਾਰੇ ਦੱਸਦੇ ਹਾਂ। ਕੈਨੇਡਾ ਵਿੱਚ ਆਉਣ ਵਾਲੇ ਕੁਝ ਵੱਡੇ ਸ਼ਹਿਰਾਂ ਤੋਂ ਇਲਾਵਾ ਹੋਰ ਥਾਵਾਂ ਦੇ ਉੱਤੇ ਵੀ ਰਹਿਣ ਦੇ ਲਈ ਚੋਣ ਕਰਨ ਇਸ ਵਾਸਤੇ ਇੱਕ ਨਵੇਂ ਟੂਲ ਤੇ ਟੀਮਾਂ ਕੰਮ ਕਰ ਰਹੀਆਂ ਨੇ ਜਿਸ ਦੇ ਨਾਲ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਹੋਰ ਥਾਵਾਂ ਦੇ ਬਾਰੇ ਜਾਣਕਾਰੀ ਮਿਲ ਸਕੇਗੀ ਕਿ ਆਖਿਰ ਕਿਸ ਤਰ੍ਹਾਂ ਕੈਨੇਡਾ ਵਿੱਚ ਹੋਰ ਵੀ ਕਈ ਅਜਿਹੀਆਂ ਥਾਵਾਂ ਨੇ ਜਿੱਥੇ ਉਹ ਸੁਖਾਲੇ ਤਰੀਕੇ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੇ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਆਉਣ ਵਾਲੇ ਪ੍ਰਵਾਸੀਆਂ ਵਿੱਚ ਅੱਧ ਤੋਂ ਜ਼ਿਆਦਾ ਦੇਸ਼ ਦੇ ਮੁੱਖ ਸ਼ਹਿਰਾਂ ਟੋਰਾਂਟੋ, ਮੌਂਟਰੀਅਲ ਜਾਂ ਵੈਨਕੂਵਰ ਦੇ ਵਿੱਚ ਰਹਿਣਾ ਚਾਹੁੰਦੇ ਨੇ ਜਿਸ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਆਲੇ ਦੁਆਲੇ ਵਾਲੇ ਖੇਤਰ ਵੀ ਸ਼ਾਮਲ ਨੇ। ਇਮੀਗ੍ਰੇਸ਼ਨ ਵਿਭਾਗ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਇੱਕ ਟੂਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਜਾਣਕਾਰੀ ਮਿਲ ਸਕਿਆ ਕਰੇਗੀ ਕਿ ਉਹ ਕਿਹੜੀ ਥਾਂ ਦੇ ਉੱਤੇ ਰਹਿ ਸਕਦੇ ਨੇ ਜਿੱਥੇ ਉਹਨਾਂ ਦੇ ਖਿੱਤੇ ਦੇ ਨਾਲ ਸੰਬੰਧਿਤ ਕੰਮ ਦੀ ਲੋੜ ਵੀ ਹੈ ਤੇ ਉਹਨਾਂ ਮੁਤਾਬਕ ਸਹੂਲਤਾਂ ਵੀ ਮੌਜੂਦ ਨੇ। ਇੱਥੇ ਜ਼ਿਕਰਯੋਗ ਹੈ ਜਿਹੜੇ ਪ੍ਰਵਾਸੀ PR ਲੈ ਕੇ ਕੈਨੇਡਾ ਦੇ ਵਿੱਚ ਸਿੱਧਾ ਆਉਂਦੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਕਈ ਵਾਰ ਜਾਣਕਾਰੀ ਨਹੀਂ ਹੁੰਦੀ ਕਿ ਉਹਨਾਂ ਦੇ ਖਿੱਤੇ ਨਾਲ ਸੰਬੰਧਿਤ ਜ਼ਿਆਦਾ ਕੰਮ ਕਿਹੜੀ ਥਾਂ ਦੇ ਉੱਤੇ ਹੈ ਤੇ ਉਹ ਕਿਹੜੀ ਥਾਂ ਦੇ ਉੱਤੇ ਜੇਕਰ ਰਹਿਣ ਤਾਂ ਉਹਨਾਂ ਦੇ ਵਾਸਤੇ ਸਹੂਲਤਾਂ ਤੇ ਨਾਲ ਹੀ ਉਹਨਾਂ ਦੇ ਕੰਮ ਮੁਤਾਬਕ ਰੋਜ਼ਗਾਰ ਜ਼ਿਆਦਾ ਵਧੀਆ ਤਰੀਕੇ ਨਾਲ ਮਿਲ ਸਕਦਾ ਹੈ ਤੇ ਇਸੇ ਨੂੰ ਟੀਚਾ ਧਾਰ ਕੇ ਇਹ ਟੂਲ ਬਣਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਨਾਲ ਹੀ ਟੀਚਾ ਇੱਥੇ ਇਹ ਵੀ ਰੱਖਿਆ ਮੰਨਿਆ ਗਿਆ ਕਿ ਕੈਨੇਡਾ ਵਿੱਚ ਸਿਰਫ ਕੁਝ ਥਾਵਾਂ ਹੀ ਨਹੀਂ ਸਗੋਂ ਹੋਰ ਥਾਵਾਂ ਜਿੱਥੇ ਕਿ ਅਜਿਹੇ ਭਾਈਚਾਰੇ ਨੇ ਜਿੱਥੇ ਆਬਾਦੀ ਦੀ ਬਹੁਤ ਕਮੀ ਹੈ ਜਿਸ ਦੇ ਕਰਕੇ ਕਾਮੇ ਤੱਕ ਨਹੀਂ ਮਿਲਦੇ ਉਹਨਾਂ ਥਾਵਾਂ ਦੇ ਉੱਤੇ ਵੀ ਆਬਾਦੀ ਹੋਰ ਜ਼ਿਆਦਾ ਵਧੇ। ਇਹ ਤੁਹਾਨੂੰ ਦੱਸ ਦਈਏ ਇਹ ਟੂਲ ਕੁਝ ਇਸ ਤਰ੍ਹਾਂ ਹੋਵੇਗਾ ਜਿਵੇਂ ਆਨਲਾਈਨ ਜਦੋਂ ਤੁਸੀਂ ਜਾਵੋਗੇ ਤਾਂ ਉਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਉੱਤੇ ਜਾਣਕਾਰੀ ਮੌਜੂਦ ਹੋ ਸਕਦੀ ਹੈ ਜਿਸ ਦੇ ਵਿੱਚ ਜਦੋਂ ਤੁਸੀਂ ਭਰਦੇ ਹੋ ਕਿ ਤੁਸੀਂ ਕਿਹੜੇ ਖਿੱਤੇ ਨਾਲ ਸੰਬੰਧਿਤ ਹੋ, ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਹੋ ਤੇ ਕਿਹੋ ਜਿਹਾ ਮਾਹੌਲ ਚਾਹੁੰਦੇ ਹੋ ਰਹਿਣ ਦੇ ਵਾਸਤੇ ਤਾਂ ਉਸ ਦੇ ਵਿੱਚ ਅੱਗੇ ਤੁਹਾਨੂੰ ਸਲਾਹ ਦਿੱਤੀ ਜਾ ਸਕਦੀ ਹੈ ਕਿ ਤੁਸੀਂ ਕੈਨੇਡਾ ਦੀਆਂ ਕਿਹੜੀਆਂ ਥਾਵਾਂ ਦੇ ਉੱਤੇ ਜਾ ਸਕਦੇ ਹੋ ਤੇ ਉੱਥੇ ਨੌਕਰੀਆਂ ਵੀ ਲੱਭ ਸਕਦੇ ਹੋ। ਇੱਥੇ ਜ਼ਿਕਰਯੋਗ ਹੈ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਵਾਸਤੇ ਉਹਨਾਂ ਨੂੰ ਨੌਕਰੀਆਂ ਲੱਭਣ ਦੇ ਵਿੱਚ ਤੇ ਉਹਨਾਂ ਦੇ ਰਹਿਣ ਦੇ ਵਿੱਚ ਤੇ ਜੋ ਪ੍ਰਾਪਰਟੀ ਦੇ ਬਾਰੇ ਵੀ ਜੋ ਵੱਖੋ-ਵੱਖਰੇ ਤਰ੍ਹਾਂ ਦੀ ਮਦਦ ਹੈ ਉਹ ਦਿੱਤੇ ਜਾਣ ਦੇ ਬਾਰੇ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਸਾਰੀ ਜਾਣਕਾਰੀ ਪਹਿਲਾਂ ਤੋਂ ਵੀ ਮੌਜੂਦ ਹੈ। ਇਸ ਨਾਲ ਹੀ ਹੁਣ ਰੁਕ ਅਗਲੀ ਖਬਰ ਦੇ ਵੱਲ ਕਰਦੇ ਹਾਂ। SINP ਦੇ ਬਾਰੇ ਅਗਲੀ ਖਬਰ ਸਸਕੈਚੁਅਨ ਦੇ ਵਿੱਚ ਜੋ ਇਨਵੀਟੇਸ਼ਨ ਭੇਜੇ ਗਏ ਨੇ PNP ਦੇ ਵਾਸਤੇ। ਸਸਕੈਚੁਅਨ ਸੂਬੇ ਨੇ SINP ਤਹਿਤ ਮਾਰਚ 24 ਨੂੰ ਨਵਾਂ ਡਰਾਅ ਕੱਢਿਆ ਜਿਸ ਤਹਿਤ ਪ੍ਰਵਾਸੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਜੋ ਅੱਗੇ PR ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਨੇ। ਇੰਟਰਨੈਸ਼ਨਲ ਸਕਿਲਡ ਵਰਕਰ ਕੈਟਾਗਰੀ ਦੇ ਅਧੀਨ ਜੋ ਸਬ ਕੈਟਾਗਰੀਜ਼ ਨੇ ਉਹਨਾਂ ਤਹਿਤ ਇਨਵੀਟੇਸ਼ਨ ਗਏ ਨੇ ਜਿਸ ਦੇ ਵਿੱਚ ਘੱਟੋ ਘੱਟ ਸਕੋਰ 70 ਤੱਕ ਗਿਆ। 183 ਵਿਅਕਤੀਆਂ ਨੂੰ ਐਕਸਪ੍ਰੈਸ ਐਂਟਰੀ ਤੇ 235 ਨੂੰ ਆਕੂਪੇਸ਼ਨ ਇਨ ਡਿਮਾਂਡ ਸਬ ਕੈਟਾਗਰੀ ਤਹਿਤ ਸੱਦੇ ਗਏ। ਜਿਨ੍ਹਾਂ ਨੂੰ ਇਹ ਇਨਵੀਟੇਸ਼ਨ ਮਿਲੇ ਨੇ ਉਹ ਹੁਣ ਮੰਗੇ ਗਏ ਕਾਗਜ਼ ਜਮ੍ਹਾਂ ਕਰਵਾਉਣਗੇ, ਅਰਜ਼ੀ ਭਰਨਗੇ ਜਿਸ ਤੋਂ ਬਾਅਦ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ SINP ਦੀ ਤੇ ਫਿਰ ਜਦੋਂ SINP ਦਾ ਅਪਰੂਵਲ ਆ ਜਾਵੇਗਾ ਤਾਂ ਇਹਨਾਂ ਕੈਂਡੀਡੇਟਸ ਨੂੰ 600 ਪੁਆਇੰਟ ਮਿਲ ਜਾਣਗੇ ਜਿਸ ਤੋਂ ਬਾਅਦ ਇਹ ਫੈਡਰਲ ਦੇ ਵਿੱਚ
PR ਲਾ ਸਕਦੇ ਨੇ, ਕਿ ਕੈਨੇਡਾ ਦੇ ਵਿੱਚ ਪੱਕੇ ਹੋ ਸਕਦੇ ਨੇ, ਜਿਸ ਦੇ ਵਿੱਚ ਘੱਟੋ ਘੱਟ 600 ਪੁਆਇੰਟ ਤਾਂ ਉਹਨਾਂ ਨੂੰ ਸੂਬੇ ਦੀ SINP ਤੋਂ ਹੀ ਮਿਲ ਜਾਣਗੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅੱਜ ਤਾਜ਼ਾ ਐਲਾਨ ਕੀਤਾ ਹੈ ਕਿ ਜੋ ਇਕੱਠਾਂ ਦੇ ਵਿੱਚ ਲੋਕ ਜਾਂਦੇ ਨੇ ਤੇ ਉਸ ਸਮੇਂ ਜੋ ਕਾਨੂੰਨ ਦੀ ਹਦਾਇਤ ਦੀ ਉਲੰਘਣਾ ਕੀਤੀ ਜਾਂਦੀ ਹੈ COVID-19 ਨੂੰ ਲੈ ਕੇ, ਉਸ ਦੇ ਵਿੱਚ ਹੁਣ ਤੱਕ ਜੋ ਫਾਈਨ ਸੀ ਉਹ $200 ਤੋਂ ਉੱਪਰ ਸੀ, ਪਰ ਇਸ ਨੂੰ ਹੁਣ ਦੁੱਗਣਾ ਕੀਤਾ ਜਾ ਰਿਹਾ ਹੈ ਕਿ ਇਹ ਫਾਈਨ $500 ਤੋਂ ਉੱਪਰ ਕੀਤਾ ਜਾਵੇਗਾ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਫਾਈਨ ਹੋਏ ਨੇ, ਜਿਸ ਦੇ ਵਿੱਚ ਉਹ ਇਕੱਠਾਂ ਦੇ ਵਿੱਚ ਉਸ ਮੌਕੇ ਵੀ ਗਏ ਜਦੋਂ ਉਹਨਾਂ ਨੂੰ ਉੱਥੇ ਜਾਣ ਤੋਂ ਮਨਾਹੀ ਸੀ। ਇਸ ਦੇ ਨਾਲ ਹੀ ਜਦੋਂ ਜਿਹੜੇ ਅਧਿਕਾਰੀ ਜਾਂਦੇ ਨੇ, ਚੈਕਿੰਗ ਦੇ ਵਾਸਤੇ ਜਾਂਦੇ ਨੇ, ਕਿਸੇ ਸਮਾਗਮ ਦੇ ਵਿੱਚ ਇਕੱਠ ਹੋਇਆ ਹੁੰਦਾ ਹੈ, ਤਾਂ ਉੱਥੇ ਜਿਹੜੇ ਲੋਕ ਬਹਿਸ ਵੀ ਕਰਦੇ ਨੇ ਜਾਂ ਫਿਰ ਉਹ ਇਨਕਾਰ ਕਰਦੇ ਨੇ ਕਿ ਉਸ ਥਾਂ ਤੋਂ ਵਾਪਸ ਨਹੀਂ ਜਾਣਗੇ, ਤਾਂ ਉਹਨਾਂ ਨੂੰ ਫਾਈਨ ਦਿੱਤਾ ਜਾਂਦਾ ਹੈ ਤੇ ਉਸ ਫਾਈਨ ਦੇ ਵਿੱਚ ਹੁਣ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨੂੰ ਕਿ $230 ਤੋਂ ਵਧਾ ਕੇ ਹੁਣ $575 ਕਰ ਦਿੱਤਾ ਗਿਆ ਹੈ। ਅਗਲੀ ਖਬਰ ਹੈ ਕਿ ਟਰਾਂਸਲਿੰਕ ਨੇ ਐਲਾਨ ਕੀਤਾ ਹੈ ਮੈਟਰੋ ਵੈਨਕੂਵਰ ਵਿੱਚ ਸਕਾਈ ਟ੍ਰੇਨ, ਬੱਸਾਂ ਤੇ ਹੋਰ ਟਰਾਂਸਲਿੰਕ ਦੇ ਵੱਲੋਂ ਜਿਹੜੀ ਸਰਵਿਸ ਹੈ ਉਸ ਦੇ ਕਿਰਾਏ ਵਧਾਏ ਜਾ ਰਹੇ ਨੇ। ਇਸ ਵਾਧੇ ਦਾ ਜੋ ਐਲਾਨ ਹੋਇਆ, ਕਿੰਨੇ ਇਹ ਕਿਰਾਏ ਵਧਣਗੇ, ਤੁਹਾਨੂੰ ਹੁਣ ਉਸ ਦੇ ਬਾਰੇ ਦੱਸਾਂਗੇ। ਬੱਸਾਂ ਦੇ ਕਿਰਾਏ ਮੈਟਰੋ ਵੈਨਕੂਵਰ ਵਿੱਚ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਨੇਡਾ ਡੇ ਯਾਨੀ ਕਿ ਜੁਲਾਈ 1 ਤੋਂ ਕਿਰਾਏ ਵਧਾਏ ਜਾ ਰਹੇ ਨੇ। ਟਰਾਂਸਲਿੰਕ ਬੋਰਡ ਆਫ ਡਾਇਰੈਕਟਰਸ ਨੇ 2.3% ਤੱਕ ਕਿਰਾਏ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ ਟਰਾਂਸਲਿੰਕ ਨੇ ਪਲਾਨ ਕੀਤਾ ਸੀ ਕਿ ਕਿਰਾਏ ਵਿੱਚ 4.1% ਤੱਕ ਦਾ ਵਾਧਾ ਕੀਤਾ ਜਾਵੇਗਾ 2020 ਦੇ ਵਿੱਚ ਤੇ 4.6% ਤੱਕ ਦਾ ਵਾਧਾ ਕੀਤਾ ਜਾਵੇਗਾ 2021 ਦੇ ਵਿੱਚ, ਪਰ COVID-19 ਦੇ ਕਰਕੇ ਹਾਲਾਤ ਅਜਿਹੇ ਬਣੇ ਕਿ ਇਹ ਨਹੀਂ ਹੋ ਸਕਿਆ। ਟਰਾਂਸਲਿੰਕ ਨੇ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਹੈ ਕਿ ਕਿਰਾਏ ਵਧਾਉਣ ਦੇ ਵਿੱਚ ਸਾਲ 2024 ਤੱਕ ਦਰ 2.3% ਹੀ ਰੱਖੀ ਜਾਵੇਗੀ, ਕਿਉਂਕਿ ਟਰਾਂਸਲਿੰਕ ਨੂੰ ਸੂਬਾ ਸਰਕਾਰ ਨੇ $644 ਮਿਲੀਅਨ ਫੰਡਿੰਗ ਦਾ ਐਲਾਨ ਕੀਤਾ, ਜੋ ਪਿਛਲੇ ਸਾਲ ਸੇਫ ਰੀਸਟਾਰਟ ਐਗਰੀਮੈਂਟ ਹੋਇਆ ਸੀ ਉਸ ਤਹਿਤ। ਦਰਅਸਲ ਜਦੋਂ COVID-19 ਦੇ ਕਰਕੇ ਮਹਾਮਾਰੀ ਦੇ ਮਾਮਲੇ ਵੱਡੀ ਗਿਣਤੀ 'ਚ ਸਾਹਮਣੇ ਆਉਣ ਲੱਗੇ ਤਾਂ ਬੱਸਾਂ ਦੀ ਤੇ ਰੇਲ ਗੱਡੀਆਂ ਦੀ ਵਰਤੋਂ ਲੋਕਾਂ ਨੇ ਬਹੁਤ ਘੱਟ ਕਰ ਦਿੱਤੀ ਸੀ ਤੇ ਇਸ ਦੌਰਾਨ ਯਾਤਰੀਆਂ ਦੀ ਗਿਣਤੀ ਘੱਟ ਜਾਣ ਦੇ ਕਰਕੇ ਤੇ ਨਾਲ ਹੀ ਬੱਸਾਂ ਵਿੱਚ ਯਾਤਰੀਆਂ ਨੂੰ ਘੱਟ ਗਿਣਤੀ ਦੇ ਵਿੱਚ ਹੀ ਡਰਾਈਵਰਸ ਦੇ ਵੱਲੋਂ ਚੜਾਇਆ ਜਾਂਦਾ ਸੀ ਤਾਂ ਕਿ ਇੱਕ ਦੂਜੇ ਵਿੱਚੋਂ ਵਿੱਥ ਬਣਾ ਕੇ ਰੱਖ ਸਕਣ ਤੇ ਨਾਲ ਹੀ ਕੁਝ ਸਮੇਂ ਦੇ ਵਾਸਤੇ ਉਹਨਾਂ ਤੋਂ ਕਿਰਾਇਆ ਵੀ ਲੈਣਾ ਬੰਦ ਕਰ ਦਿੱਤਾ ਗਿਆ ਸੀ। ਤੇ ਇਸੇ ਦੌਰਾਨ ਮੁੜ ਤੋਂ ਜਦੋਂ ਕਿਰਾਇਆ ਲੈਣਾ ਸ਼ੁਰੂ ਕੀਤਾ ਗਿਆ ਤਾਂ ਬੱਸਾਂ ਦੇ ਵਿੱਚ COVID-19 ਨਾਲ ਸੰਬੰਧਿਤ ਸੁਰੱਖਿਆ ਨੂੰ ਲੈ ਕੇ ਜੋ ਹਦਾਇਤਾਂ ਲਾਈਆਂ ਗਈਆਂ ਤੇ ਹੋਰ ਕਦਮ ਚੁੱਕੇ ਗਏ, ਉਸ ਦੇ ਵਾਸਤੇ ਸੂਬਾ ਸਰਕਾਰ ਨੇ ਮਦਦ ਕੀਤੀ। ਟਰਾਂਸਲਿੰਕ ਨੇ ਇਸ ਦੇ ਬਾਰੇ ਜੋ ਜਾਣਕਾਰੀ ਦਿੱਤੀ ਹੈ, ਐਡਲਟ ਇੱਕ ਜ਼ੋਨ ਦੇ ਲਈ ਬੱਸਾਂ ਦੇ ਕਿਰਾਏ $3 ਤੋਂ $3.05 ਹੋ ਜਾਣਗੇ। ਐਡਲਟ ਇੱਕ ਜ਼ੋਨ ਦੇ ਲਈ ਜੋ ਕੰਪਸ ਕਾਰਡ ਚਾਰਜ ਕਰਵਾਇਆ ਜਾਂਦਾ 1 ਮਹੀਨੇ ਦੇ ਵਾਸਤੇ, ਉਸ ਦੇ ਵਿੱਚੋਂ ਜੋ ਇੱਕ ਵਾਰ ਦਾ ਇੱਕ ਜ਼ੋਨ ਦਾ ਕਿਰਾਇਆ ਹੈ ਉਹ $2.40 ਸੀ ਪਹਿਲਾਂ, ਹੁਣ $2.45 ਹੋ ਜਾਵੇਗਾ ਜਦੋਂ ਇਹ ਕਿਰਾਏ ਵਧਣਗੇ। ਤਾਂ ਇਸ ਦੇ ਨਾਲ ਹੀ ਜੋ ਐਡਲਟ 1 ਮਹੀਨੇ ਦੇ ਵਾਸਤੇ ਮੰਥਲੀ ਪਾਸ ਰੀਚਾਰਜ ਕਰਵਾਉਂਦੇ ਸੀ ਉਸ ਦੇ ਲਈ $98 ਕੀਮਤ ਸੀ, ਜੋ ਕਿ ਹੁਣ $100.25 ਹੋ ਜਾਵੇਗੀ ਤੇ ਜਿਨ੍ਹਾਂ ਨੂੰ ਛੋਟ ਮਿਲਦੀ ਹੈ ਉਹਨਾਂ ਦੇ ਵਾਸਤੇ ਇੱਕ ਜ਼ੋਨ ਦੇ ਲਈ ਕਿਰਾਇਆ $1.95 ਸੀ, ਜੋ ਕਿ ਹੁਣ $2 ਹੋ ਜਾਵੇਗਾ ਤੇ ਉਹਨਾਂ ਦਾ ਮੰਥਲੀ ਪਾਸ ਪਹਿਲਾਂ $56 ਦੇ ਵਿੱਚ ਬਣਦਾ ਸੀ, ਪਰ ਹੁਣ $57.30 ਦੇ ਵਿੱਚ ਬਣਿਆ ਕਰੇਗਾ ਜਦੋਂ ਤੋਂ ਇਹ ਲਾਗੂ ਹੁੰਦਾ ਹੈ, ਜਦੋਂ ਤੋਂ ਕਿਰਾਏ ਵੱਧ ਜਾਂਦੇ ਨੇ। ਤੇ ਇਸ ਵਾਧੇ ਦੇ ਨਾਲ ਹਰ ਸਾਲ $4 ਮਿਲੀਅਨ ਤੱਕ ਫਾਇਦੇ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰੁੱਖ ਅਗਲੀ ਖਬਰ ਦੇ ਵੱਲ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਹੀ ਅੱਜ ਇੱਕ ਹੋਰ ਤਾਜ਼ਾ ਐਲਾਨ ਕੀਤਾ ਜਿਸ ਦੇ ਵਿੱਚ ਧਾਰਮਿਕ ਥਾਵਾਂ ਦੇ ਉੱਤੇ ਤੇ ਨਾਲ ਹੀ ਕੇਅਰ ਹੋਮਸ, ਜੋ ਸੀਨੀਅਰਸ ਦੇ ਕੇਅਰ ਹੋਮਸ ਨੇ ਜਿੱਥੇ ਕਿ ਬਜ਼ੁਰਗ ਰਹਿੰਦੇ ਨੇ, ਉਹਨਾਂ ਥਾਵਾਂ ਦੇ ਉੱਤੇ ਹਦਾਇਤਾਂ ਦੇ ਵਿੱਚ COVID-19 ਦੀਆਂ ਕੁਝ ਢਿੱਲ ਦੇਣ ਦੇ ਬਾਰੇ ਜਾਣਕਾਰੀ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ COVID-19 ਸੰਬੰਧੀ ਕੁਝ ਹਦਾਇਤਾਂ 'ਚ ਢਿੱਲ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। BC ਲੌਂਗ ਟਰਮ ਕੇਅਰ ਹੋਮਸ ਜਿੱਥੇ ਬਜ਼ੁਰਗ ਰਹਿੰਦੇ ਨੇ, ਉਹਨਾਂ ਥਾਵਾਂ ਦੇ ਉੱਤੇ ਅਗਲੇ ਹਫ਼ਤੇ ਤੋਂ ਕੁਝ ਢਿੱਲ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਤਵਾਰ ਤੋਂ ਕੁਝ ਧਾਰਮਿਕ ਸਥਾਨਾਂ ਦੇ ਵਾਸਤੇ ਵੀ ਸਰਵਿਸ ਖੋਲ੍ਹਣ ਦੇ ਬਾਰੇ ਇਜਾਜ਼ਤ ਦਿੱਤੀ ਜਾ ਰਹੀ ਹੈ, ਜੋ ਕਿ ਅਹਿਮ ਦਿਨਾਂ ਦੇ ਲਈ ਹੋਵੇਗੀ। BC ਤੋਂ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਨੇ ਇਸ ਦਾ ਐਲਾਨ ਕੀਤਾ ਤੇ ਕਿਹਾ ਕਿ ਜ਼ਿਆਦਾ ਗਿਣਤੀ ਵਿੱਚ ਕੇਅਰ ਹੋਮਸ ਦੇ ਵਿੱਚ ਰਹਿਣ ਵਾਲੇ ਤੇ ਸਟਾਫ ਮੈਂਬਰਸ ਦੇ ਟੀਕੇ ਲੱਗ ਚੁੱਕੇ ਨੇ, ਜਿਸ ਕਰਕੇ ਦੋਸਤ ਤੇ ਪਰਿਵਾਰਕ ਮੈਂਬਰ ਇੱਕ ਵਾਰ ਮੁੜ ਤੋਂ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਜਾ ਸਕਣਗੇ। ਕਰੀਬ 1 ਸਾਲ ਬਾਅਦ ਇਹ ਇਜਾਜ਼ਤ ਦਿੱਤੀ ਜਾ ਰਹੀ ਹੈ। 1 ਅਪ੍ਰੈਲ ਤੋਂ ਕੇਅਰ ਹੋਮਸ ਦੇ ਵਿੱਚ ਵਿਜ਼ਟਰ ਆ ਸਕਦੇ ਨੇ, ਜਿਨ੍ਹਾਂ ਦੇ ਲਈ ਹਦਾਇਤ ਹੈ ਕਿ ਇੱਕ ਵਾਰ ਵਿੱਚ 2 ਐਡਲਟ ਤੇ 1 ਬੱਚੇ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ ਕਿ ਉਹ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਜੋ ਕੇਅਰ ਹੋਮ ਦੇ ਵਿੱਚ ਰਹਿ ਰਿਹਾ ਹੈ ਮਿਲ ਸਕਦੇ ਨੇ। ਜੂਨ ਮਹੀਨੇ ਤੋਂ ਸਿਰਫ 1 ਵਿਜ਼ਟਰ ਨੂੰ ਹੀ ਪਰਿਵਾਰਕ ਮੈਂਬਰ ਨੂੰ ਮਿਲਣ ਦੀ ਇਜਾਜ਼ਤ ਸੀ, ਪਰ ਹੁਣ ਕੇਅਰ ਹੋਮਸ ਵਿੱਚ ਰਹਿ ਰਹੇ ਬਜ਼ੁਰਗ ਵਾਰ-ਵਾਰੀ ਆਪਣੇ
ਪੋਤੇ ਦੋਤੇ ਤੇ ਬੱਚਿਆਂ ਨੂੰ ਮਿਲ ਸਕਣਗੇ ਤੇ ਨਾਲ ਹੀ ਦੋਸਤਾਂ ਮਿੱਤਰਾਂ ਨੂੰ। ਬ੍ਰਿਟਿਸ਼ ਕੋਲੰਬੀਆ ਵਿੱਚ 49 ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਕੋਵਿਡ-19 ਫੈਲ ਗਿਆ ਸੀ, ਪਰ ਇਸ ਸਮੇਂ ਟੀਕੇ ਲੱਗਣ ਤੋਂ ਬਾਅਦ ਹੁਣ ਸਿਰਫ 3 ਕੇਅਰ ਹੋਮ ਨੇ ਜਿੱਥੇ ਕਿ ਕੋਵਿਡ-19 ਦੇ ਮਾਮਲੇ ਪਾਏ ਜਾ ਰਹੇ ਨੇ। As of April 1st, all residents will have regular, frequent and routine opportunities for social visitation in long-term care and assisted living. We know that visits must allow for a minimum of an hour. For some residents, that may be too long. They may not be up to having visitors for that long, but that's a minimum that we need to be able to have for each visitor. Requirements for the single designated social visitor are removed, and now you can have additional friends and family. However, we will be limiting the number of people at any one time, so to 2 visitors plus a child, to allow for visits to grandparents and great-grandparents as well. The location of visits are now changed so that your family and loved ones and friends can visit in a residence room primarily, and will have provisions for residents who are in multi-bed rooms. And of course, the all-important physical touch. So we are now at a place where we know most of our residents are protected, and we can allow for that important connection between family and friends and visitors, but bearing in mind that we still need to have infection prevention and control measures in place, and that will mean wearing masks for the time being, because we know that there is still a possibility of transmission, and that not all visitors will be immunized at this point. ਅਗਲੀ ਖਬਰ ਇੱਕ ਲੋਟਰੀ ਦੇ ਬਾਰੇ ਹੈ। ਦਰਅਸਲ ਕਿਸੇ ਵਿਅਕਤੀ ਨੇ $13 ਮਿਲੀਅਨ ਦੀ ਜੋ ਲੋਟਰੀ ਇਹ ਜਿੱਤ ਲਈ ਹੈ, ਪਰ ਉਹ ਆਖਿਰ ਕਿਸ ਨੇ ਜਿੱਤੀ ਹੈ ਉਸ ਦਾ ਹਜੇ ਕਲੇਮ ਟਿਕਟ ਦੇ ਉੱਤੇ ਕਿਸੇ ਦੇ ਵੱਲੋਂ ਨਹੀਂ ਕੀਤਾ ਗਿਆ ਹੈ। ਮਾਰਚ 19 ਨੂੰ ਜੇਕਰ ਤੁਸੀਂ ਲੋਟੋ ਮੈਕਸ ਟਿਕਟ ਖਰੀਦੀ ਸੀ ਤਾਂ ਆਪਣੀ ਟਿਕਟ ਦਾ ਨੰਬਰ ਜ਼ਰੂਰ ਚੈੱਕ ਕਰ ਲਵੋ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਲੋਟਰੀ ਕਾਰਪੋਰੇਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਵਿਅਕਤੀ ਨੇ $13 ਮਿਲੀਅਨ ਦੀ ਲੋਟਰੀ ਜਿੱਤੀ ਹੈ, ਪਰ ਅਜੇ ਤੱਕ ਉਹ ਸਾਹਮਣੇ ਨਹੀਂ ਆਇਆ। ਯਾਨੀ ਕਿ ਹੋ ਸਕਦਾ ਕਿ ਉਸਨੇ ਆਪਣੀ ਟਿਕਟ ਦੇਖੀ ਹੀ ਨਾ ਹੋਵੇ ਅਜੇ ਤੱਕ। ਅਧਿਕਾਰੀਆਂ ਨੇ ਦੱਸਿਆ ਕਿ ਟਿਕਟ ਪ੍ਰਿੰਸ ਜਾਰਜ ਦੇ ਮਾਊਂਟ ਰੌਬਸਨ ਖੇਤਰ ਦੇ ਵਿੱਚ ਖਰੀਦੀ ਗਈ ਹੈ। ਲੋਟਰੀ ਜਿੱਤਣ ਵਾਲਿਆਂ ਦੇ ਕੋਲ ਜਿਵੇਂ ਕਿ 52 ਹਫ਼ਤੇ ਹੁੰਦੇ ਨੇ, ਤਾਂ ਹਜੇ ਸਮਾਂ ਕਾਫੀ ਬਾਕੀ ਹੈ ਤੇ ਇਸ ਟਿਕਟ ਦੇ ਉੱਤੇ ਕਲੇਮ ਕੀਤਾ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਵੈਨਕੂਵਰ ਆਈਲੈਂਡ ਦੇ ਉੱਤੇ $1 ਮਿਲੀਅਨ ਦੀ ਲੋਟਰੀ ਹੈ ਜੋ ਕਿਸੇ ਵਿਅਕਤੀ ਨੂੰ ਨਿਕਲੀ ਸੀ, ਪਰ ਉਹ ਐਕਸਪਾਇਰ ਹੋ ਗਈ। ਇਸ ਸਨ ਅੱਜ ਦੇ ਲਈ ਕੈਨੇਡਾ ਭਰ ਤੋਂ ਕੁਝ ਅਹਿਮ ਖਬਰਾਂ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।